ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ।
ਬਿਨਾਸਣ ਸੋਏ। ਵਾਹਿਗੁਰੂ ਜੀ। ਦੋਹਰਾ। ਇੱਕ ਦਿਨ ਸ੍ਰੀ ਅੰਗਦ ਗੁਰੂ ਗਮਣੇ ਗੋਇੰਦਵਾਲ, ਸੇਵਕ ਕੋ ਦਰਸ਼ਨ ਦਿਓ, ਕਹਿ ਸੁਣ ਬਚਨ ਰਸਾਲ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਇੱਕ ਦਿਨ ਸ੍ਰੀ ਅੰਗਦ ਗੁਰੂ ਗਮਣੇ ਗੋਇੰਦਵਾਲ, ਸੇਵਕ ਕੋ ਦਰਸ਼ਨ ਦਿਓ, ਕਹਿ ਸੁਣ ਬਚਨ ਰਸਾਲ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 26 ਲਿਖ ਰਹੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਕ ਦਿਨ ਗੋਇੰਦਵਾਲ ਸਾਹਿਬ ਆਪਣੇ ਸੇਵਕ ਭਾਵ ਕੇ ਧੰਨ ਬਾਬਾ ਅਮਰਦਾਸ ਜੀ ਉਹਨਾਂ ਨੂੰ ਦਰਸ਼ਨ ਦੇਣਗੇ। ਦਰਸ਼ਨ ਦਿੱਤੇ, ਬੜੇ ਸੋਹਣੇ ਜਿਹੜੇ ਨੇ ਰਸੀਲੇ ਬਚਨ ਬਿਲਾਸ ਕੀਤੇ ਕਰਾਏ। ਸਹਿਜ ਸੁਭਾਇਕ ਆਵਤ ਚਲੇ, ਮਗ ਮਹਿ ਸਿੰਘਾਂ ਉੱਪਰ ਮਿਲੇ। ਕਿਉਂਕਿ ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਰਸ਼ਨ ਦੇਣ ਵਾਸਤੇ ਆਪ ਗੋਬਿੰਦਵਾਲ ਸਾਹਿਬ ਜਾਂਦੇ ਸਨ। ਬਾਬਾ ਅਮਰਦਾਸ ਜੀ ਨੂੰ ਕਿਹਾ ਸੀ ਕਿ ਪੁਰਖਾ ਤੁਸੀਂ ਨਹੀਂ ਆਉਣਾ। ਗੋਬਿੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਸਹਿਜ ਸੁਭਾਅ ਵਾਪਸ ਖਡੂਰ ਸਾਹਿਬ ਵਾਲੇ ਪਾਸੇ ਨੂੰ ਆ ਰਹੇ ਨੇ। ਉਹ ਰਾਹ ਦੇ ਵਿੱਚ ਇੱਕ ਸਿੱਖ ਮਿਲਿਆ ਹੈ ਜਿੰਦਾ ਨਾਂ ਸਿੰਘਾਂ ਉੱਪਲ ਹੈ। ਦੇਖਤ ਹੀ ਪਗ ਬੰਧਨ ਕਰੀ, ਭਇਓ ਨੰਬਰ ਉਰ ਸਰਦਾ ਧਰੇ। ਭਾਈ ਸਿੰਘਾਂ ਉੱਪਲ ਸਿੰਘਾਂ ਨਾਂ ਹੈ, ਉੱਪਲ ਗੋਤ ਹੈ। ਸਿੰਘਾਂ ਉੱਪਲ ਵੇਖਦਿਆਂ ਨਾਲ ਹੀ ਗੁਰੂ ਸਾਹਿਬ ਜੀ ਨੂੰ ਦੂਰੋਂ ਨਮਸਕਾਰ ਕਰਦਾ ਹੋਇਆ ਨੇੜੇ ਆਇਆ। ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖ ਕੇ ਮੱਥਾ ਰੱਖ ਕੇ ਨਮਸਕਾਰ ਕੀਤੀ। ਬੜੀ ਅੰਦਰ ਸ਼ਰਧਾ ਸੀ। 100 ਸ਼ਾਂਗ ਸੰਗਤ ਹੈ ਇਹ, ਤਿਨ ਕੋ ਦੇਖ ਗੁਰੂ ਬਚ ਕਹੇ। ਭਾਈ ਸਿੰਘਾਂ ਆਪਣੇ ਨਾਲ ਬਹੁਤ ਸਾਰੇ ਸ਼ਾਂਗ ਕਹਿੰਦੇ ਨੇ ਬੱਕਰੇ, ਜਿਨ੍ਹਾਂ ਦੀ ਗਿਣਤੀ 100 ਲਿਖੀ ਹੈ, ਤਕਰੀਬਨ 100 ਬੱਕਰੇ। ਇਹ ਸਿੰਘਾਂ ਉੱਪਰ ਨਾਲ ਸੀ, ਉਹਨਾਂ ਨੂੰ ਹਿੱਕ ਕੇ ਲੈ ਆ ਰਿਹਾ ਸੀ। ਇਹਨਾਂ ਬੱਕਰਿਆਂ ਨੂੰ ਵੇਖ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਉ ਸਿੰਘਾਂ ਇਹੋ ਕਿ ਕਿਤੇ ਤੇ ਲਿਆਏ, ਕਿਉਂਕਿ ਨਸ ਇਨ ਕੋ ਸਮੁਦਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਭਾਈ ਸਿੰਘਾਂ ਇਹ ਬੱਕਰੇ ਕਿੱਥੋਂ ਲੈ ਕੇ ਆਏ? ਕਿਉਂਕਿ ਸਾਰੇ ਬੱਕਰੇ ਨਜ਼ਰ ਆ ਰਹੇ ਨੇ, ਬੱਕਰੀਆਂ ਵਿੱਚ ਕੋਈ। ਔਰ ਜੇ ਕੇਵਲ ਸਾਰੇ ਬੱਕਰੇ ਨੇ, ਕਿਸੇ ਵਿਸ਼ੇਸ਼ ਤੌਰ 'ਤੇ ਆਉਂਦੇ ਹੋਣਗੇ ਵੀ ਇੰਨੇ ਬੱਕਰੇ 100 ਦੇ ਕਰੀਬ ਗਿਣਤੀ ਤੂੰ ਦੱਸ ਰਹੇ, ਇਹਨੇ ਇਕੱਠੇ ਕਿਉਂ ਕੀਤੇ ਨੇ, ਕਿੱਥੋਂ ਲੈ ਕੇ ਆਏ? ਸੁਣ ਕਰ ਜੋਰੇ ਕਹਿਓ ਬ੍ਰਿਤੰਤ, ਹੇ ਸ੍ਰੀ ਸਤਿਗੁਰੂ ਜੀ ਭਗਵੰਤ। ਭਾਈ ਸਿੰਘਾਂ ਉੱਪਰਲੇ ਹੱਥ ਜੋੜੇ
ਤੇ ਨਾਲੇ ਕਹਿੰਦੇ ਨੇ ਸਤਿਗੁਰੂ ਜੀ ਅੰਤਰਜਾਮੀ ਹੋ, ਜਾਣਦੇ ਸਭ ਕੁਝ ਹੋ। ਪਰ ਫਿਰ ਵੀ ਇਹ ਭਗਵੰਤ ਇਹ ਸਤਿਗੁਰੂ ਜੀ ਆਪ ਜੀ ਨੇ ਪੁੱਛਿਆ ਤੇ ਜ਼ਰੂਰ ਦੱਸਾਂਗਾ ਕਿ ਬੱਕਰੇ ਕਿਉਂ ਲੈ ਕੇ ਆਇਆ। ਮੋਹੇ ਪੁੱਤਰ ਕੋ ਮੁੰਡਣਿਆ ਹੈ, ਬੜ ਉਤਸਾਹ ਕਰਿਓ ਹਮ ਚਹਿ। ਸਤਿਗੁਰੂ ਜੀ ਮੇਰੇ ਪੁੱਤਰ ਦਾ ਮੁੰਡਣ ਹੈ, ਕਿਉਂਕਿ ਸਿੱਖ ਸੀ, ਭਾਵੇਂ ਸ਼ਰਧਾ ਰੱਖਦਾ ਸੀ, ਪਰ ਕਰਮ ਉਹ ਬ੍ਰਾਹਮਣ ਵਾਲੇ ਹਜੇ ਕਰਦਾ ਸੀ। ਸਮਝ ਨਹੀਂ ਸੀ ਕਿ ਪੁੱਤਰ ਦਾ ਮੁੰਡਣ ਹੈ ਤੇ ਮੁੰਡਣ ਦੇ ਵਿੱਚ ਮੈਂ ਪੂਰਾ ਜ਼ੋਰ ਲਾਉਣਾ ਚਾਹੁੰਦਾ, ਪੂਰਾ ਉਤਸ਼ਾਹ ਕਰਨਾ ਚਾਹੁੰਦਾ। ਔਰ ਸਾਡੇ 'ਚ ਉਹਨੂੰ ਧਮਾਣ ਕਹਿੰਦੇ ਨੇ, ਭਾਵੇਂ ਗੁਰਮਤਿ ਵਿੱਚ ਉਹ ਪ੍ਰਵਾਨ ਤੇ ਨਹੀਂ, ਪਰ ਪਿੰਡਾਂ ਦੇ ਵਿੱਚ ਧਮਾਣ ਕੀਤਾ ਜਾਂਦਾ ਹੈ। ਇਹ ਕੁਝ ਵੱਡਾ ਹੁੰਦਾ, ਹਿੰਦੂ ਵੀਰ ਮੁੰਡਣ ਕਰਦੇ ਨੇ। ਮੁੰਡਣ ਕਰਨਾ ਔਰ ਪੂਰਾ ਜ਼ੋਰ ਲਾਉਣਾ ਹੈ। ਕੁਝ ਕਰਜ਼ਾ ਵੀ ਚੁੱਕਿਆ ਹੈ। ਹਮਰੇ ਕੁਲ ਸਭ ਇਕੱਠੇ ਹੋਏ, ਬੜੇ ਹਮਾਰੇ ਨੇ ਕੇ ਬਿਦ ਸੋਏ। ਇਹ ਸਿੰਘਾਂ ਉੱਪਰ ਕਹਿੰਦਾ ਸਤਿਗੁਰੂ ਜੀ ਸਾਡੇ ਸਾਰੀਆਂ ਕੁੱਲਾਂ ਇਕੱਠੀਆਂ ਹੋਈਆਂ ਨੇ, ਅਗਲੀਆਂ ਪਿਛਲੀਆਂ, ਜਿੰਨੇ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਸਰੀਕੇ ਵਾਲੇ ਨੇ। ਔਰ ਸਾਡੇ ਵੱਡਿਆਂ ਦੀ, ਵੱਡੇ ਹਮਾਰਨ ਕੀ ਬਿਦ ਸੋਏ, ਸਾਡੇ ਵੱਡਿਆਂ ਦੀ ਇਹ ਰੀਤ ਬਣੀ ਹੋਈ ਹੈ। ਔਰ ਉਸੇ ਰੀਤ ਨੂੰ ਮਰਿਆਦਾ ਕਹਿੰਦੇ ਨੇ। ਕੋਈ ਵੀ ਰੀਤ ਚੱਲ ਜਾਓ ਫਿਰ ਬਾਅਦ ਵਿੱਚ ਮਰਿਆਦਾ ਬਣ ਜਾਂਦੀ ਹੈ। ਇਸ ਬਿਦ ਕਰਨ ਅਹਿਮ ਵਿਵਹਾਰ, ਆਵੇ ਅਮਿਕ ਕਰੇ ਆਹਾਰ। ਇਹ ਸਾਡੇ ਵਿੱਚ ਵੱਡਿਆਂ ਤੋਂ ਲੈ ਕੇ ਰੀਤ ਚੱਲਦੀ ਆ ਰਹੀ ਹੈ। ਅਸੀਂ ਇਸੇ ਤਰ੍ਹਾਂ ਕਰਨੇ। ਜਦੋਂ ਮੁੰਡਣ ਕਰਨਾ ਹੁੰਦਾ ਹੈ, ਸਾਕ ਸੰਬੰਧੀ ਹੁੰਦੇ ਨੇ, ਉਹਨਾਂ ਨੂੰ ਭੋਜਨ ਦੇਣਾ ਹੁੰਦਾ, ਤੇ ਭੋਜਨ ਦੇ ਵਿੱਚ ਅਸੀਂ ਮਾਸ ਵੀ ਦਿੰਦੇ ਹਾਂ। ਇਸ ਕਰਕੇ ਬੱਕਰੇ ਆਉਂਦੇ ਨੇ। ਸਦਾ ਜਠੇਰਣ ਰੀਤ ਹਮਾਰੇ, ਉਦਨ ਆਮਿਕ ਦੇਹ ਆਹਾਰੇ। ਤੇ ਇਹ ਸ਼ੁਰੂ ਤੋਂ ਲੈ ਕੇ ਸਾਡੇ ਵੱਡੇ ਵਡੇਰਿਆਂ ਤੋਂ ਰੀਤ ਚੱਲਦੀ ਆਈ ਹੈ। ਆਪਣੇ ਵੱਡੇ ਵਡੇਰਿਆਂ ਦੇ ਨਾਂ, ਜਠੇਰਿਆਂ ਦੇ ਨਾਂ 'ਤੇ ਅਸੀਂ ਰਸਮ ਕਰਨੇ ਆ। ਉਸ ਦਿਨ ਅਸੀਂ ਜਿਹੜਾ ਭੋਜਨ ਤਿਆਰ ਕਰਨਾ, ਕੇਵਲ ਚਾਵਲ ਤੇ ਮਾਸ ਦਾ ਕਰਨਾ ਹੁੰਦਾ ਹੈ। ਅਸੀਂ ਅੰਮੀ ਅਨੇਕ ਪ੍ਰਕਾਰਨ ਹੋਏ, ਹੋਏ ਮੇਲ ਕੁਲ ਕੇ ਸਭ ਕੋਏ। ਕਈ ਤਰ੍ਹਾਂ ਦੀ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਸਾਰੇ ਇਕੱਠੇ ਹੁੰਦੇ ਨੇ। ਔਰ ਇਹ ਸਾਡਾ ਪ੍ਰੋਗਰਾਮ ਵੀ 4-5 ਦਿਨ ਚੱਲਦਾ ਹੈ। ਸੁਣ ਕਰ ਬਿਕਸੇ ਗੁਰੂ ਕਿਰਪਾਲ, ਭਲੋ ਕਰਨ ਹਿਤ ਕਹਿ ਤਿਸ ਕਾਲ। ਇਹ ਸੁਣ ਕੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮੁਸਕਰਾ ਪਏ। ਦੇਖੋ, ਇੱਕ ਤੇ ਮਾਸ ਖਾਣਾ ਹੈ ਤੇ ਇੱਕ ਕਿਸੇ ਵਹਿਮ ਭਰਮ ਦੇ ਵਿੱਚ ਖਾਣਾ ਹੈ ਕਿ ਵੱਡੇ ਵਡੇਰੇ ਜਠੇਰੇ ਖੁਸ਼ ਤਾਂ ਹੀ ਹੋਣਗੇ ਜੇ ਅਸੀਂ 100 ਬੱਕਰੇ ਵੱਢਾਂਗੇ। ਹੁਣ ਗੁਰੂ ਸਾਹਿਬ ਜੀ ਮੁਸਕਰਾਏ ਤੇ ਭਲਾ ਕਰਨ ਵਾਸਤੇ, ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਵਾਸਤੇ ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤੇ। ਇਤਨੇ ਜੀਵਨ ਹਿੰਸਾ ਕਰੈ, ਪਾਪ ਵਿਸਾਰ ਆਪਣ ਸਿਰ ਧਰੈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਸੀਆਂ, ਇੰਨੇ ਜੀਵਾਂ ਨੂੰ, ਇੰਨੇ ਬੱਕਰਿਆਂ ਨੂੰ ਵੱਢੇਗਾ, ਜੀਵ ਹੱਤਿਆ ਕਰੇਗਾ, ਇੰਨਿਆਂ ਤੇ ਹਿੰਸਾ ਕਰੇਗਾ, 100 ਬੱਕਰੇ ਇਕੱਠੇ, ਬੜਾ ਵੱਡਾ ਤਾਂ ਪਾਪ ਹੋਵੇਗਾ। ਔਰ ਪਾਪ ਜਿਹੜਾ ਤੇਰੇ ਸਿਰ ਤੇ ਚੜ੍ਹਦਾ ਹੈ। ਅਬ ਤੋ ਸੁਗਮ ਜਾਨੀਐ ਕਰਬੋ, ਅੰਤ ਮਹਾ ਦੁੱਖ ਨਰਕਣ ਪਰਬੋ। ਸਤਿਗੁਰੂ ਜੀ ਕਹਿੰਦੇ ਹੁਣ ਤਾਂ ਇਹ ਗੱਲ ਸਮਝ ਵਿੱਚ ਲੱਗ ਸਕਦੀ, ਸਮਝ ਸਕਣਾ ਹੈ। ਤੂੰ ਬਹੁਤ ਚੰਗਾ ਕੰਮ ਆਪਣੇ ਵੱਲੋਂ ਕਰ ਰਿਹਾ ਕਿ ਬੜਾ ਚੰਗਾ ਕਰ ਰਿਹਾ। ਵੱਡੇ ਵਡੇਰੇ ਜਿਹੜੇ ਮਰ ਚੁੱਕੇ ਨੇ, ਪਤਾ ਨਹੀਂ ਕਿੱਥੇ ਨੇ ਤੇ ਕਿੱਥੇ ਨੇ, ਉਹਨਾਂ ਦੇ ਨਾਂ 'ਤੇ ਇੰਨੇ ਜੀਵ ਵੱਢ ਰਹੇ, ਪਰ ਅੰਤ ਨੂੰ ਨਰਕਾਂ ਵਿੱਚ ਪਏਗਾ। ਦੁੱਖ ਤੈਨੂੰ ਭੋਗਣੇ ਪੈਣੇ ਨੇ। ਦੇਹ ਸਾਸਨਾ ਜਮ ਕੇ ਦੂਤ, ਤਹਾਂ ਨਾ ਪਹੁੰਚੇ ਬੰਦਬ ਪੂਤ। ਇਹ ਕੀਤੇ ਹੋਏ ਪਾਪਾਂ ਦੀ ਸਜ਼ਾ ਜਮਦੂਤਾਂ ਨੇ ਕੇਵਲ ਤੇਰੀ ਜਿੰਦ ਨੂੰ ਦੇਣੀ ਹੈ। ਇਹ ਸਜ਼ਾ ਕੇਵਲ ਤੈਨੂੰ ਭੁਗਤਣੀ ਪੈਣੀ। ਜਿਹੜੇ ਪੁੱਤਰ ਦਾ ਕਹਿੰਦਾ ਨਾ ਮੁੰਡਨ ਕਰਨਾ ਹੈ, ਇਸ ਸਜ਼ਾ ਦਾ ਭਾਗੀਦਾਰ ਤੇਰਾ ਪੁੱਤਰ ਨਹੀਂ ਹੋਣਾ। ਤੇਰੇ ਪੁੱਤਰ ਨੇ ਜਾ ਕੇ ਤੇਰੀ ਸਜ਼ਾ ਵੰਡਾਉਣੀ ਨਹੀਂ।
तेरी इस्त्री ने, तेरे साक संबंधियां ने जिन्हों ने खा के ढिड ते हथ मार के चले जाना है। तेरे पाप किसे नहीं बनाने, इनकी सज़ा केवल तेनों मिलनी है। ये गल पहलू समझ गई। जिनके त्याग कर्म कमाए तहाँ न रंचक हुए सहाय। जिन्हों के वास्ते इन्ना वड्डा पाप कर लगे ना, लोगों को खुश करने वास्ते है ना, इन्हां विचों किसी भी तेरा मददगार नहीं होना, किसी भी तेरी सहायता नहीं करनी। सुख भोगेंगे सगरे लोक, अपदा परे तोहे बड़ शोक। लोके तो सुख भोगणगे, लोगों तो खुश होना ही है, उन्हें खा पी के चले जाना है। कर्जा चुक के ये काम तो कर रहे हैं, पाप कर रहे हैं, पर अपता ये विपता तो तेनों पैनी है, वड्डा दुख तो तेनों भोगना पैना है। क्योंकि पाप कमाउंदियां तेरा कोई ना बेली रहा, उत्थे किसी ने बेली बनना, उत्थे पापां का हिसाब तेनों आप ही देना पैना है। धर्म राय जब कर है लेखा, लह महा दुख रहे न शिखा। सतगुरु कहते हैं भाई सिंहिया, जदों उस धर्मराज ने लेखा लेना है ना, उत्थे कसर बाकी फिर कोई नहीं रहनी। एक एक पाप का गिन के लेना है, तो इहदे विचों हिस्सा किसी ने वंडाउणा, ना किसी को दिता जा सकता है। इत्थे तो जिन्हें किया वही भुगता है। सुन से हैं पै तार बडेरे, कहो करो जस आयस तेरे। ये सुन के सिंह डर गया, और भाई सिंह डरता हुआ हाथ जोड़ के कहता, सतगुरु जी मैं तो उस तरह करांगा जिवें आप जी का हुक्म, जिवें आप जी की आज्ञा होगी। जे नहीं करना चाहिए तो नहीं करांगा। क्योंकि असल में जिहड़ा ये पाप करता है उनके अंदर किते ना किते डर भी होंदा है। हुण सतगुरु जी ने कृपा करके उत्थे समझाया भाई नहीं, इनका लेखा तेनों देना पैना है। सतगुरु जी ने पावन वचन बाणी दे विच कहे भी ने, सो डरै जे पाप कमाउंदे धर्मी विकसित। जिन्हों पता मैं धर्म दे विच पूरा हाँ, जान बुझ के किसी तरह का पाप करता ही नहीं, फिर चित्रगुप्त जिन्ने मर्जी हिसाब लाई जाए, वो तो खेड़े में तो नहीं डरते। पर हाँ जिहड़े अधर्मी ने, पापी ने, उन्होंने अंदर तो डरते रहते ही। और कई डरते वजह में पाप करी होंगे ने। ये डर ही है ना कि जे ना किया तो जठेरे जिहड़े ने, वड्डे वडेरे ने, किते नाराज़ ही ना हो जाए, किते कोई नुकसान ही ना कर देना। हुण गुरु साहब जी ने यही गल समझाउणी है, सिर गुर कहाँ करूँ उपचार, जिसते होए ना जीव संहार। भाई सिंह उपर हाथ जोड़ के कहता, सतगुरु जी कृपा करो, दसो की उपाय करा कि जिस करके ये जीव हत्या ना होवे, इहदे तो मैं बच जावां। नेके बात आप मुझ कहो, बच जिम रहो सो मैं भी चाहूँ। सतगुरु जी जिहड़ी मेरे भले की गल है, चंगी गल है, मैनूं वो दसो, और मैं भी चाहुंदा कि इन्हां पापां तो मैं बचिया रहां, ना इधर जावां। होए ना पाप नरक नह परूं, जीव घात ते चित मैं डरूं। सतगुरु जी कृपा करके दसो कि मैं नरकां विच नहीं पैना चाहुंदा, जिहड़े वो कर्म करा जिंदे विच नरकां च ना जावां। जीव घात करन तो मेरा चित्त जिहड़ा डर गया, और मैं डरे रहां तो ठीक है। आप शक्त धरहु समरथ, राखो मोह प्रभु देहु हथ। सतगुरु जी तुसी आप शक्ति दे मालक हो, हर तरह के नाल समर्थ हो। हे सतगुरु, हे प्रभु जी मैनू अपना हाथ दे के रख लो, बचा लो। तुम ते बड़ो कहा मैं पावूं, परयो शरण मैं नित गुण गावूं। भाई सिंह उपर भावें गुरु साहब के दर्शन पहलों किए सन, पर क्योंकि सिक्खी विच परपक्क भी नहीं सी, और यह मर्यादा उदों बनी भी नहीं सी, आम चलती भी नहीं सी। कर्म लोग उही करते सन जिहड़े हिंदू धर्म दे विच कीते जाते सन। हुण सिंह उपर हाथ जोड़ जोड़ के कह रहा है, सतगुरु जी मैं तो नित ही आप जी की शरण में हाँ,
जिवें आप जी का हुक्म होवे मैं तो उसे तरह करांगा। जिमें जीव घात न हूँ मैं, नहीं जठेरन को दुख जो मैं। सतगुरु जी मैनू तो वही हुक्म करो जिंदे नाल जीव हत्या भी ना होवे, जीव घात भी ना होवे, ते जेड़े वड्डे वठेरे ने जठेरे ने वो भी किते दुखी ना करन। क्योंकि वहम सी ना कि जे इन्ने बकरे ना वड्डे वड्डे वडेरे तंग करनगे, वो रातां नूं उठ के मंगणगे। सतगुरु जी किरपा करो जठेरे भी ना दुखी करन, जीव हत्या भी ना होवे। कोई इवें दा काम दस दो सौखा है ते अस उपाय अब आप अलावो, अपनों सेवक जान बताओ। सतगुरु जी मैं आप जी का सेवक हाँ, ते अपना सेवक जान के ऐसा कोई उपाय हो तुसीं दसो, तुसीं हुक्म करो कि मैं की करा। इम बिनते सुन कै तस्केरे, भय कृपाल भणियो बच फेरे। इस तरह की बेनती सुन के दया दे कर सतगुरु धन गुरु अंगद देव जी ने फिर बचन किए, हमरे द्वारे मुंडन करो, उरको परम सर्ब पर हरो। भाई जे मुंडन करना है ना, मुंडन इवें नहीं, फिर साडे द्वारे ते आओ। ये जिहड़ा रस्मी मुंडन है लोगों के एक ब्राह्मण के कहे हुए के मुताबिक है ना, ये नहीं, फिर साडे द्वारे ते आओ, फिर सिੱਖੀ ਨੂੰ धारण करो, इनू छड्डो, इन्हां वहम भरमां दे विचों निकलो। और को भरम सर्व पर हरो। सब तो पहलों तो ये भरम है कि वड्डे वडेरे तैनूं तंग करनगे जां करदे ने, ये भरम कढ दिओ। बिघन जठेरन को न होए, सिमरो सतनाम दुख खोए। भाई जिहड़ा सतनाम वाहिगुरू का सिमरन करदा उन्होंने तो दुख वैसे कोई नहीं हुंदा। ये बिघन जठेरन को न होए, किते नहीं बिघन लगता जठेरियां दा, किते नहीं तंग करते, ये विगाड़ ही कुछ नहीं सकते, तो एक भरम पाया गया है। जिनको दुखदायक तू जानै, सो तेरे सब बिघन ठानै। सतगुरु कहते हैं वाहिगुरू का सिमरन करेगा ना, ये जिन्होंने तू दुखदायक जानना कि ये मैनू दुखी करनगे, ये तो सगों तेरे राखे बन जाएंगे, तेरे सेवादार बन जाएंगे। सर्ब औरते हुए रखवारे, सब दुख देहे ना काज बिगारे। सारे तरीकों के नाल गुरु आप रखवारे होणगे। ये वड्डे वडेरे जिन्होंने जठेरे कहना है ना, सब सुख देहे ना काज बिगारे, सारे पासों सुख ही मिलणगे। कोई तेरा किसी तरह का कुछ नहीं बिगाड़ सकता, कुछ नहीं बिगाड़नगे। अज सगरे अब दीजै शोर, नरक नहारे न दुख घूर। सतगुरु कहते हैं भाई जे नरकां नूं नहीं जाना तो पहलों ये भरम अंदरों कढ़, तो दूजा काम कर जिहड़े 100 खरीद के ले इन्हों छड्ड दे। इन्हों किसी जठेरियां के नां ते वड्डे वडेरियां के नां ते ना मार दी। सुने बचन तर शरदा माने, हाथ जोर अपनों हित जाने। सतगुरु जी के बचन सुने, भाई सिंह ने अपने अंदर श्रद्धा लियाती ते अपना हाथ जोड़ के, अपना हित जान के, भला जान के गुरु साहब के सामने हाथ जोड़ के खलो गया। अज खलास तिस छिन सब कीने, गुर के चरण कमल मन लीने। सतगुरु जी अज हुणी ये समझो सारे छड्ड दिते, हुण मैं घर नहीं लैके जाना। गुरु के चरणा कमलों के विच खलो के कहता सतगुरु जी आप जी के बचनों को मैं हुणे मन लिया है। और देखो ये सब कुछ अज भी चलता है। बंदा तंग हो के कर्जा चुक चुक के ये सारा कुछ इसे कसके करता है कि कोई लोग जिहड़े ने वो खुश हो जाए। हुण पहलों तो बकरे कर्जा चुक के कुछ लिया, फिर उन्होंने बढ़ाउणा सी, होर खर्चा, सारा कर्जा होर चढ़ना सी। हुण गुरु साहब जी ने एक तो उस पासों बचाया, दूजा अंदरों जिहड़ा वहम भरम सी वो कढ़ दिता। भाई सिंह जिहड़ा गल नूं समझ गया कि हुण ये खर्चा जिहड़ा कर दिता ते कर दिता, पर घट्टो घट्ट होर ते ना होवे। इन्हां नूं उत्थे छड्डिया। जाए सदन सब जेतक त्यारे,
ਆਨਤ ਭਾਗੁਰ ਕੇਰ ਅਗਾਰੇ। ਭਾਈ ਸਿਆਂ ਘਰ ਗਿਆ ਔਰ ਖਾਲੀ ਹੱਥੀ ਗਿਆ। ਘਰ ਵਿੱਚ ਪਹਿਲੋਂ ਸਾਰੀ ਤਿਆਰੀ ਕੀਤੀ ਹੋਈ ਸੀ। ਪੁੱਛਦੇ ਨੇ ਬੱਕਰੇ ਲੈਣ ਗਿਆ ਸੀ, ਲਿਆਇਆ ਨਹੀਂ। ਹੁਣ ਭਾਈ ਸਿਆਂ ਕਹਿੰਦਾ ਹੁਣ ਬੱਕਰੇ ਨਹੀਂ, ਹੁਣ ਜੋ ਕੁਛ ਕਰਨਗੇ ਮੇਰੇ ਗੁਰੂ ਕਰਨਗੇ। ਇਹ ਤਿਆਰੀ ਛੱਡੋ, ਚਲੋ ਗੁਰੂ ਦੇ ਘਰ ਚੱਲੀਏ। ਆਪਣੇ ਬੰਧੂ ਤਹਾ ਹਕਾਰੇ, ਬਹੁਰ ਪੁੱਤਰ ਕੋ ਸ੍ਰੀ ਗੁਰਦੁਆਰੇ। ਆਪਣੇ ਘਰਦਿਆਂ ਨੂੰ ਕਿਹਾ ਕਿ ਚੱਲੋ, ਜਿੰਨੇ ਸਾਕ ਸੰਬੰਧੀ ਆਉਣੇ ਸਨ ਉਹਨਾਂ ਨੂੰ ਸੁਨੇਹਾ ਦੇ ਦਿੱਤਾ ਵੀ ਇਹ ਜਿਹੜਾ ਮੁੰਡਣ ਮੰਡਣ ਹੋਣਾ ਹੈ ਨਾ, ਬਸ ਗੁਰੂ ਘਰ ਹੀ ਆ ਜਾਓ, ਜੋ ਕੁਛ ਹੋਏਗਾ ਉੱਥੇ ਹੀ ਹੋਵੇਗਾ। ਹੁਣ ਮੁੰਡਣ ਨਹੀਂ ਹੋਣੇ, ਸਿੱਖੀ ਧਾਰਨ ਕਰੇਗਾ। ਆਪਣੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਘਰ ਖਡੂਰ ਸਾਹਿਬ ਆਇਆ ਹੈ। ਮੁੰਡਣ ਰੀਤ ਬੰਸ ਕੇ ਜੈਸੇ, ਭਟੇ ਪੰਥ ਕਰਵਾਇਬ ਤੈਸੇ। ਅੱਜ ਤੱਕ ਜਿਹੜੇ ਕੁੱਲ ਦੇ ਰੀਤ ਸੀ ਮੁੰਡਣ ਕਰਨ ਦੀ, ਉਹ ਭਲੇ ਪੰਥ ਕਰਦੇ ਆਏ ਸੀ। ਪਰ ਅੱਜ ਮੁੰਡਣ ਨਹੀਂ, ਅੱਜ ਸਿੱਖੀ ਧਾਰਨ ਕਰਨੀ ਹੈ। ਪਹਿਤ ਭਾਤ ਕੋ ਦੀਨ ਆਹਾਰਾ, ਰੁਚਕਾਰ ਖਾਏ ਸਰਬ ਪਰਿਵਾਰਾ। ਹੁਣ ਜਿਹੜੀ ਗੁਰੂ ਘਰ ਦੇ ਰੀਤ ਸੀ ਉਸ ਵੇਲੇ ਮਰਿਆਦਾ ਚਰਨ ਪਹੁਲ ਸੀ। ਚਰਨ ਪਹੁਲ ਭਾਈ ਸਿਆਂ ਨੂੰ ਦਿੱਤੇ, ਭਾਈ ਸਿਆਂ ਦੇ ਪੁੱਤਰ ਨੂੰ ਦਿੱਤੀ, ਘਰ ਪਰਿਵਾਰ ਵਾਲੇ ਨੇ ਲਈ, ਸਾਰੇ ਨੇ ਸਿੱਖੀ ਧਾਰਨ ਕੀਤੀ। ਹੁਣ ਜਿੱਥੇ ਇਹਨਾਂ ਨੇ ਚੌਲ ਤੇ ਮਾਸ ਖਾਣੇ ਸਨ, ਗੁਰੂ ਘਰ ਦੇ ਵਿੱਚੋਂ ਲੰਗਰ ਮਿਲੇ ਚੌਲ। ਪਰ ਚੌਲਾਂ ਦੇ ਨਾਲ ਕੀ ਸੀ? ਪਹਿਤ ਭਾਤ ਕੋ ਦੇਣ ਆਹਾਰਾ, ਦਾਲ ਤੇ ਚੌਲ। ਜਿੰਨੇ ਰਿਸ਼ਤੇਦਾਰ ਆਏ ਨੇ ਕਹਿੰਦੇ ਛਕਾਓ, ਜਿੰਨਾ ਛਕਦੇ ਨੇ ਰੱਜ ਰਜ ਕੇ ਛਕਾਓ। ਬੜੇ ਪ੍ਰੇਮ ਦੇ ਨਾਲ ਸਾਰੇ ਨੇ ਛਕਿਆ। ਸਿੱਖ ਸੰਗਤ ਸਭ ਨੂੰ ਅਚਾਵਾ, ਬਿਗਨ ਕਛੂ ਨਹਿ ਹੋਵਣ ਪਾਵਾ। ਸਾਰੇ ਸਿੱਖਾਂ ਨੇ ਵੀ ਭੋਜਨ ਛਕਿਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਛਕਿਆ। ਔਰ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਿਆ ਤੇ ਨਾ ਅੱਗੇ ਆਉਣ ਵਾਲੇ ਜੀਵਨ 'ਚ ਪੈਣਾ ਸੀ। ਸਤਿਗੁਰ ਕੋ ਪ੍ਰਤਾਪ ਅਤ ਭਾਰੇ, ਵਿਗਣਕਾਰ ਹੋਏ ਰਖਵਾਰੇ। ਭਾਈ ਸਿਆਂ ਉੱਪਰ ਇੰਨਾ ਅੰਦਰ ਭਰੋਸਾ ਤੇ ਵਿਸ਼ਵਾਸ ਆਇਆ ਕਿ ਗੁਰੂ ਸਾਹਿਬ ਦਾ ਪ੍ਰਤਾਪ ਬਹੁਤ ਵੱਡਾ ਹੈ। ਵਿਗੜ ਪਾਉਣ ਵਾਲਿਆਂ ਤੋਂ ਆਪੇ ਬਚਾਉਣਗੇ। ਹੁਣ ਗੁਰੂ ਜਾਣੇ ਤਾਂ ਉਹ ਜਾਣਣਾ। ਪੂਰਨ ਸਕਲ ਕਾਜ ਤਿਨ ਕਰਿਓ, ਸ੍ਰੀ ਗੁਰ ਪੰਥ ਹਿਰਦੈ ਦ੍ਰਿੜ ਧਰਿਓ। ਕਹਿੰਦੇ ਉਹਨਾਂ ਨੇ ਸਾਰੇ ਕਾਰਜ ਉੱਥੇ ਪੂਰੇ ਕੀਤੇ। ਜਿਹੜਾ ਮੁੰਡਣ ਕਰਨਾ ਸੀ ਉਹਦੇ ਥਾਂ ਤੇ ਚਰਨ ਪਹੁਲ ਲਈ। ਫਿਰ ਗੁਰੂ ਜੀ ਨੇ ਮਾਰਗ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਸਿੱਖੀ ਮਾਰਗ ਨੂੰ ਧਾਰਨ ਕੀਤਾ। ਅਸਲ ਵਿੱਚ ਸਿੱਖ ਅੱਜ ਬਣੇ ਸਨ। ਭਇਓ ਸਿੱਖ ਤਿਸ ਦਿਨ ਤੇ ਗੁਰ ਕੋ, ਸੇਵੇ ਚਰਨ ਭਾਉ ਕਰ ਉਰ ਕੋ। ਉਸ ਦਿਨ ਤੋਂ ਭਾਈ ਸਿਆਂ ਤੇ ਉਹਨਾਂ ਦਾ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਸਿੱਖ ਹੋ ਗਿਆ। ਬੜੇ ਪ੍ਰੇਮ ਨਾਲ ਉਹਨਾਂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਦ੍ਰਿੜ ਪ੍ਰਤੀਤ ਕੀਨਸ ਗੁਰ ਹੋਰੇ, ਅਪਰ ਸਬਣ ਕੇ ਮਨਤਾ ਸ਼ੋਰੇ। ਭਾਈ ਸਿਆਂ ਉੱਪਰ ਹੋਰ ਕਈਆਂ ਦੀ ਮਨਤਾ ਭਾਵੇਂ ਪਹਿਲੋਂ ਕਰਦਾ ਹੋਵੇਗਾ, ਕਿਸੇ ਦੇਵੀ ਦੀ, ਕਿਤੇ ਦੇਵਤੇ ਦੀ, ਕਿਸੇ ਹੋਰ ਦੀ ਮਨਤਾ ਨਹੀਂ ਰੱਖੀ, ਸਾਰੀ ਛੱਡ ਦਿੱਤੀ। ਕੇਵਲ ਤੇ ਕੇਵਲ ਹੁਣ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਦਾ ਹੈ। ਸਿਆਂ ਉੱਪਰ ਇਸੇ ਪ੍ਰਕਾਰੇ, ਭਇਓ ਸਿੱਖ ਸਤਿਗੁਰ ਮਤ ਧਾਰੇ। ਕਹਿੰਦੇ ਇਸੇ ਤਰ੍ਹਾਂ ਭਾਈ ਸਿਆਂ ਉੱਪਰ ਗੁਰੂ ਸਾਹਿਬ ਦਾ ਸਿੱਖ ਬਣਿਆ। ਔਰ ਇਕੱਲਾ ਹੀ ਨਹੀਂ, ਪੂਰਾ ਪਰਿਵਾਰ, ਹੋਰ ਕਈ ਰਿਸ਼ਤੇਦਾਰਾਂ ਨੇ ਵੀ ਸਿੱਖੀ ਧਾਰਨ ਕੀਤੀ। ਬਹੁ ਸ੍ਰੀ ਅੰਗਦ ਬਹੁ ਬਾਰੇ, ਗੋਇੰਦ ਵਾਲ ਜਾਤ ਹਿਤ ਧਾਰੇ। ਕਹਿੰਦੇ ਫਿਰ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਕਈ ਵਾਰੀ ਪ੍ਰੇਮ ਦੇ ਵਿੱਚ ਆ ਕੇ ਗੋਇੰਦਵਾਲ ਸਾਹਿਬ ਜਾਂਦੇ ਸਨ। ਧੰਨ ਬਾਬਾ ਅਮਰਦਾਸ ਜੀ ਨੂੰ ਜਾ ਕੇ ਦਰਸ਼ਨ ਦੇਣੇ ਸਨ। ਮਿਲੇ ਦਾਸ ਕੋ ਆਨੰਦ ਦੇਤ, ਵਹਿਰ ਰਹੇ ਕਹਿ ਜਾਏ ਨਿਕੇਤ। ਕਹਿੰਦੇ ਗੁਰੂ ਸਾਹਿਬ ਜੀ ਆਪਣੇ ਸੇਵਕ ਨੂੰ ਜਾ ਕੇ ਮਿਲਦੇ ਨੇ, ਦਰਸ਼ਨ ਦਿੰਦੇ ਨੇ। ਕਈ ਵਾਰ ਤੇ ਬਾਹਰੋਂ ਮਿਲਦੇ ਨੇ, ਦਰਿਆ ਦੇ ਕੰਢੇ ਤੇ ਕੁਝ ਸਮਾਂ ਬੈਠਦੇ ਨੇ, ਬਚਨ ਪਲਾਸ ਕਰਦੇ ਨੇ, ਵਾਪਸ ਆ ਜਾਂਦੇ ਨੇ। ਔਰ ਕਈ ਵਾਰੀ ਧੰਨ ਗੁਰੂ ਅੰਗਦ ਦੇਵ ਜੀ ਘਰ ਵੀ ਜਾਂਦੇ ਨੇ। ਇਸ ਪ੍ਰਕਾਰ ਕੁਛ ਸਮਾਂ ਬਿਤਾਇਵ,
जग मह मग सिक्खी प्रगटायव। कहते इस तरह धन गुरु अंगद देव जी ने कुछ समा बतीत किया। विचों विचों गोबिंदवाल साहब जाते सन, संगतां नूं दर्शन देंदे सन, सिक्खी मार्ग नूं बड़ा प्रगट किया। गए पतेत सिसर रुत सारी, सब थल पा बसंत गुलजारी। हुण कहते समा आया, पतझड़ की जिहड़ी रुत है वो बीत गई, और पतझड़ तो बाद फिर बसंत होंदी है। आ रुत आई, बसंत रुत आई। चढ़ियो चेत सबको सुख देत, नह अत सेत न उसन तपेत। चेतर का महीना चढ़िया, नवा साल चढ़िया, और साडा नवा साल तो चेतर तो ही ना जी। भावें बहुते नूं पता भी ना हो, पर है तो चेतर। कहते हुण ये इन्ना सोहना मौसम आया, चेतर का महीना, बसंत की रुत है, ना इहदे विच ठंड है ना गर्मी है। बिकसे कुसम अनेकन रंग, अत शोभा सुंदर सरबंग। सारे सुख देने वाला महीना, सारे पासे जिहड़े नवे नवे फुल खिड़े ने, नवे नवे पत्ते आए ने। पात निपात पलास प्रकाशे, जितगत अरण बरण के भासे। पात निपात पलास प्रकाशे, ये कुछ पंछियों के नाम ने, जिहड़े शिशरे पत्ते आदि जिहड़े ने फुलों दियां टाहनियां के उत्ते बहिंदे ने। भाल भर दे जिहड़े सोहणे फुल ने वो खिड़दे ने। चौं दिस बन के देखत भूम, जन गन अग्नि लाट अधूम। हुण जिथे किथे रंग बरंगियां लहरां दिखाई दे रही ने। चारे पासे धरती जिहड़ी है हरी है, खिड़ी हुई है, बड़ी सोहनी लगती है। उपवन मह गुलाब चटकीले, विकसत बूटन सात सबेले। बागां बगीचों दे विच बड़े सोहने गुलाब के फुल खिड़े हुए सन, जिन्हां नूं वेख वेख के मनुख भी खिड़दे ने, जिन्हां नूं वेख वेख के पंछी भी खिड़दे ने, भौरे भी खिड़दे ने। और देखो पहलों बाग बगीचे जंगल ज़्यादा सन, इन्नी आबादी नहीं सी। और शायद सवेरे भी बेनती की सी, इन्हां जंगलों नूं वड्ड वड्ड के, पहाड़ों नूं तोड़ तोड़ के, वड्डियां वड्डियां सड़कां बना के लोग कहते सी विकास कर दिता। पर विकास नहीं करते, अपना विनाश कर रहे हैं, और दिनों दिन हो रहा है। धन गुरु अंगद देव सच्चे पातशाह जी खिड़े हुए फुलों नूं वेखदे ने, बड़े आप खिड़दे ने, पंछी खिड़दे ने, जो वेखदा वो भी खिड़दा है। कौन कौन तारे फूलन केरे, कहिए जात रुचरता हेरे। वो तो कहते किहड़े किहड़े फुलों के नाम, किहड़े किहड़े पत्ते गिणीए, किहड़े किहड़े बूटे ने, बस सारे पासे हरियावली हरियावल है। ये गल कही जा सकती कि सारे पासे सुंदरता सुंदरता सी। शोभा बन उपवन के बाडे, मनो दिखावन निजते काढे। बाग बगीचों की शोभा बहुत वधी हुई सी, जिन्होंने वेख वेख के गुरु साहब जी प्रसन्न इस करके सन, क्योंकि रब की बनाई हुई इस कुदरत नूं बड़ा ही प्रेम करते सन। इस कुदरत नूं गुरु साहब जी प्रेम इस करके करते हैं कि कुदरत रब की बनाई हुई है, कुदरत दे विच रब वसिया होया है। भावें धन गुरु ग्रंथ साहब की बाणी ने सानू बड़ियां थावां ते समझाया है। धन गुरु नानक साहब जी कहते हैं, बलहारी कुदरत वसिया, तेरा अंत न जाई लखिया। तेरे कुदरत तो बलहार जाइए, कुदरत दे विच तू वसना है, तेरे तो बलहार जाइए। और बहुती दुनिया लगी हुई इस कुदरत नूं विगाड़न वास्ते। और फिर जिहड़ा दोष है, दोष भी रब नूं देना है कि बेमौसमा मीह पै गया, ये गर्मी बेमौसमी आ गई, ठंड जदों नहीं सी आउणी उदों आ गई। दोष रब नूं और इस कुदरत नूं विगाड़ बंदा आप रहा है।
ਬ੍ਰਿੰਦ ਬਿਹੰਗਣ ਬੋਲ ਬਜਨੀਅਤ, ਕਾਨਣ ਰਹਿ ਕਾਨਣ ਮਹਿ ਸੁਣੀਅਤ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਦੋਂ ਗੋਬਿੰਦਵਾਲ ਸਾਹਿਬ ਜਾਂਦੇ ਨੇ, ਵਾਪਸ ਆਉਂਦੇ ਨੇ, ਕੰਨਾਂ ਦੇ ਨਾਲ ਇਹਨਾਂ ਪੰਛੀਆਂ ਦੀ ਜਿਹੜੀ ਮਿੱਠੀ ਮਿੱਠੀ ਆਵਾਜ਼ ਸੁਣਦੇ ਨੇ, ਚਹਿਚਕਾਉਂਦੇ ਨੇ। ਜੰਗਲਾਂ ਨੂੰ, ਬਗੀਚਿਆਂ ਨੂੰ, ਬਾਗਾਂ ਨੂੰ ਵੇਖਦੇ ਜਾਂਦੇ ਨੇ, ਵੇਖਦੇ ਆਉਂਦੇ ਨੇ। ਰੁੱਤ ਬਸੰਤ ਜਗ ਬਿਦਤ ਛਬੀਲਾ, ਸ਼ਾਂਤ ਬ੍ਰਿਤ ਸਤਿਗੁਰੂ ਕੇ ਲੀਲਾ। ਔਰ ਇਹ ਜਿਹੜੀ ਬਸੰਤ ਦੀ ਰੁੱਤ ਬੜੀ ਛਬੀਲੀ ਹੈ। ਛਬੀਲੀ ਤੋਂ ਬਾਪ ਬੜੀ ਸੋਹਣੀ ਹੈ। ਸੁਹਾਵਣੀ ਰੁੱਤ ਤਾਂ ਸਾਰੇ ਜਾਣਦੇ ਨੇ ਕਿ ਨਾ ਇਹਦੇ 'ਚ ਠੰਡ ਨਾ ਗਰਮੀ, ਬੜਾ ਸੋਹਣਾ ਮੌਸਮ ਹੈ। ਔਰ ਬਿਲਕੁਲ ਧੰਨ ਗੁਰੂ ਅੰਗਦ ਦੇਵ ਜੀ ਇਸੇ ਬਸੰਤ ਦੀ ਤਰ੍ਹਾਂ, ਉਹਨਾਂ ਦੇ ਅੰਦਰ ਹਰ ਵੇਲੇ ਬਸੰਤ ਹੈ। ਉਹ ਹਰ ਵੇਲੇ ਖਿੜੇ ਰਹਿੰਦੇ ਨੇ। ਉੱਥੇ ਕਦੇ ਪਤਝੜ ਹੁੰਦੀ ਨਹੀਂ, ਉੱਥੇ ਕਦੇ ਦੁੱਖ ਸੁੱਖ ਉਹਨਾਂ ਨੂੰ ਪੁੰਦਾ ਹੀ ਨਹੀਂ, ਇੱਕੋ ਰਸ ਵਿੱਚ ਰਹਿੰਦੇ ਨੇ। ਆਵਤ ਗੋਬਿੰਦਵਾਲ ਜਦਾਈ, ਵਿਪਨ ਬਲੋਕਤ ਸੁੰਦਰਤਾਈ। ਜਦੋਂ ਵੀ ਗੋਬਿੰਦਵਾਲ ਸਾਹਿਬ ਨੂੰ ਆਉਂਦੇ ਸਨ, ਉਸ ਇਲਾਕੇ ਨੂੰ, ਜੰਗਲਾਂ ਨੂੰ, ਕੁਦਰਤ ਦੀ ਇਸ ਸੁੰਦਰਤਾ ਨੂੰ ਵੇਖਦੇ ਹੋਏ ਆਉਂਦੇ ਸਨ। ਤਨ ਕੋ ਤਿਆਗਣ ਚਿਤਵਤ ਚਾਹਤ, ਗਮਨੇ ਅਬ ਬੈਕੁੰਠ ਉਮਾਹਤ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਗਏ, ਵਾਪਸ ਆ ਰਹੇ ਨੇ। ਆਉਂਦਿਆਂ ਹੋਇਆ ਮਨ ਦੇ ਵਿੱਚ ਇੱਕ ਫੁਰਨਾ ਬਣਾਇਆ, ਵਿਚਾਰ ਕੀਤੀ ਕਿ ਹੁਣ ਜਿਹੜਾ ਹੈ ਇਹ ਸਰੀਰ ਛੱਡ ਦੇਣਾ ਹੈ, ਬੈਕੁੰਠ ਨੂੰ ਚੱਲੀਏ। ਸਭ ਸੰਗਤ ਮਹਿ ਕਹਿ ਬਿਦਤਾਈ, ਤਜੇ ਸਰੀਰ ਅਬੇ ਚਿਤ ਆਈ। ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਨੇ। ਆਸਾ ਕੀ ਵਾਰ ਦਾ ਜਦੋਂ ਭੋਗ ਪਾਇਆ ਗਿਆ, ਸਮਾਪਤੀ ਹੋਈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰੀਆਂ ਸੰਗਤਾਂ ਵਿੱਚ ਫਿਰ ਸੁਣਾ ਕੇ ਗਿਆ ਕਿ ਭਾਈ ਸਿੱਖੋ, ਹੁਣ ਗੱਲ ਸਾਡੇ ਚਿੱਤ ਵਿੱਚ ਆਈ ਹੈ, ਕਿਸੇ ਸਰੀਰ ਨੂੰ ਛੱਡ ਜਾਈਏ। ਸੁਣ ਸੁਣ ਸਿੱਖ ਹਿਰਦੈ ਬਿਸਮਾਵੈ, ਵਾਹਿਗੁਰੂ ਤਜ ਦੇਹ ਸਮਾਵੈ। ਇਹ ਸੁਣ ਸੁਣ ਕੇ ਸਿੱਖ ਜਿਹੜੇ ਹੈਰਾਨ ਵੀ ਹੁੰਦੇ ਨੇ, ਬਿਸਮਾਵ ਵਿੱਚ ਵੀ ਜਾਂਦੇ ਨੇ, ਤੇ ਆਪਸ ਵਿੱਚ ਇਹ ਵੀ ਕਹਿੰਦੇ ਨੇ ਹੁਣ ਸਰੀਰ ਨੂੰ ਛੱਡ ਕੇ ਵਾਹਿਗੁਰੂ ਵਿੱਚ ਸਮਾ ਜਾਣਗੇ। ਵਾਹਿਗੁਰੂ 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 ਨਾਲੇ ਕਹਿੰਦੇ ਨੇ, ਨਾਲੇ ਇਵੇਂ ਦੀਆਂ ਵਿਚਾਰਾਂ ਕਰਦੇ ਨੇ, ਨਾਲੇ ਹੈਰਾਨ ਹੋ ਰਹੇ ਨੇ। ਜਹ ਕਹਿ ਪਸਰ ਗਈ ਇਮ ਬਾਤੇ, ਹਿਤੂ ਸੁਣਤ ਪਰ ਆਵਤ ਛਾਤੀ। ਹੁਣ ਇਹ ਸਤਿਗੁਰੂ ਦਾ ਪਾਵਨ ਬਚਨ ਸੀ, ਉਹਨਾਂ ਦਾ ਹੁਕਮ ਸੀ। ਇਹ ਗੱਲ ਸਾਰੇ ਪਾਸੇ ਘਰ ਘਰ ਦੇ ਵਿੱਚ ਫੈਲ ਗਈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਉਹਨਾਂ ਨੇ ਬਚਨ ਕਰ ਦਿੱਤੇ, ਸਰੀਰ ਛੱਡ ਜਾਣਾ ਹੈ। ਇਸ ਤਰ੍ਹਾਂ ਦੀ ਖਬਰ ਜਦੋਂ ਸਾਰੇ ਪਾਸੇ ਫੈਲੀ, ਸਿੱਖ ਜਿੱਥੇ ਹੈਰਾਨ ਨੇ, ਉੱਥੇ ਉਹਨਾਂ ਦੇ ਅੰਦਰ ਬੈਰਾਗ ਵੀ ਹੈ ਕਿ ਐਸੇ ਦੀਨ ਦਿਆਲ ਸਤਿਗੁਰੂ ਜੀ ਭਾਵੇਂ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਪ੍ਰੇਮ ਹੈ ਉਹ ਸਰੀਰਾਂ ਨਾਲ ਨਹੀਂ, ਦਇਆ ਨਾਲ ਨਹੀਂ ਕਰਨਾ, ਪਰ ਫਿਰ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਜੁੜੇ ਨੇ। ਉਹਨਾਂ ਦੀ ਮੂਰਤ, ਉਹਨਾਂ ਦੀ ਦੇਹ, ਸਰੀਰ ਚਲਾ ਜਾਣਾ ਹੈ। ਇਹ ਸੁਣ ਸੁਣ ਕੇ ਬੈਰਾਗ ਵਿੱਚ ਵੀ ਹੁੰਦੇ ਨੇ। ਅੱਗੇ ਗੁਰੂ ਸਾਹਿਬ ਨੇ ਜਿਵੇਂ ਕਿਰਪਾ ਕਰਨੀ ਹੈ ਉਹ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ,